ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹੋ ਬਨੰਤੇ ਸੁਣ ਪ੍ਰਭ ਮੇਰੇ, ਦੇਹੁ ਨਾਮ ਕਰ ਆਪਣੇ ਚੇਰੇ। ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੈ ਬਿਰੜੈ ਜਾਤੇ। ਸੁਨੋ ਬਿਨੋ ਪ੍ਰਭ ਮੇਰੇ ਨੀਤਾ, ਚਰਨ ਕਮਲ ਵਸੇ ਮੇਰੇ ਚੀਤਾ। ਨਾਨਕ ਏਕ ਕਰੇ ਅਰਦਾਸ, ਵਿਸਰ ਨਾਹੀ ਪੂਰਨ ਗੁਣਤਾਸ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹਲਾ ਪਹਿਲਾ। ਸਹਜ ਮਿਲੈ ਮਿਲਿਆ ਪਰਵਾਣੁ, ਨਾਥ ਸਮਰਣ ਲਾਵਣ ਜਾਣ। ਸਹਜ ਮਿਲੈ ਮਿਲਿਆ ਪਰਵਾਣੁ, ਨਾਥ ਸਮਰਣ ਨਾ ਆਵਣ ਜਾਣ। ਠਾਕੁਰ ਮੈਂ ਦਾਸ ਦਾਸ ਮੈਂ ਸੋਏ, ਦਹ ਦੇਖਾਂ ਤੈ ਅਵਰ ਨ ਕੋਇ। ਗੁਰਮੁਖ ਭਗਤ ਸਹਿਜ ਕਰ ਪਾਈਐ, ਬਿਨ ਗੁਰ ਭੇਟੇ ਮਰ ਆਈਐ ਜਾਈਐ ਰਹਾਉ। ਸੋ ਗੁਰ ਕਰੋ ਜੇ ਸਾਚ ਦ੍ਰਿੜਾਵੈ, ਆਕਥ ਕਥਾਵੈ ਸ਼ਬਦ ਮਿਲਾਵੈ। ਹਰਿ ਕੇ ਲੋਗ ਅਵਰ ਨਹੀਂ ਕਾਰਾ, ਸਾਚੂ ਠਾਕੁਰ ਸਾਚ ਪਿਆਰਾ। ਤਨ ਮਹਿ ਮਨੁਆ ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਸੇਵਕ ਪ੍ਰਭ ਕੈ ਲਾਗੈ ਪਾਏ, ਸਤਿਗੁਰ ਪੂਰਾ ਮਿਲੈ ਬਿਲਾਏ। ਆਪ ਦਿਖਾਵੈ ਆਪੇ ਦੇਖੈ, ਹਠ ਨਾ ਪਤੀਜੈ ਨਾ ਬਹੁ ਭੀਖੈ। ਘੜ ਪਾਂਡੇ ਜਿਨ ਅੰਮ੍ਰਿਤ ਪਾਇਆ, ਪ੍ਰੇਮ ਭਗਤ ਪ੍ਰਭ ਮਨ ਪਤਿਆਇਆ। ਪੜ ਪੜ ਭੂਲੇ ਚੋਟਾਂ ਕਾਹੇ, ਬਹੁਤ ਸਿਆਣਪ ਆਵੇ ਦਾਹੇ। ਨਾਮ ਜਪੈ ਭਉ ਪੂਜਨ ਖਾਏ, ਗੁਰਮੁਖ ਸੇਵਕ ਰਹੇ ਸਮਾਏ। ਪੂਜ ਸਿਲਾ ਤੀਰਥ ਬਨਵਾਸਾ, ਪਰਮਤ ਡੋਲਤ ਭਏ ਉਦਾਸਾ। ਮਨ ਮੈਲੇ ਸੂਚਾ ਕਿਉ ਹੋਏ, ਸਾਚ ਮਿਲੈ ਪਾਵੈ ਪਤ ਸੋਇ। ਆਚਾਰਾ ਵਿਚਾਰ ਸਰੀਰ, ਆਦ ਜੁਗਾਦ ਸਹਿਜ ਮਨ ਧੀਰ। ਪਲ ਪੰਕਜ ਮੈਂ ਕੋਟ ਉਦਾਰੇ, ਕਰ ਕਿਰਪਾ ਗੁਰ ਮੇਲ ਪਿਆਰੀ। ਕਿਸ ਆਗੇ ਪ੍ਰਭ ਤੁਧ ਸਾਲਾਹੀ, ਤੁਧ ਬਿਨ ਦੂਜਾ ਮੈਂ ਕੋ ਨਾਹੀ। ਜੋ ਤੁਧ ਭਾਵੈ ਤਿਉ ਰਾਖ ਰਜਾਈ, ਨਾਨਕ ਸਹਿਜ
ਪਾਵੈ ਤਿਉ ਰਾਖ ਰਜਾਇ। ਨਾਨਕ ਸਹਿਜ ਪਾਏ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਇਹ ਜੋ ਮੁਬਾਰਕ ਬਚਨ ਹੁਕਮਨਾਮਾ ਆਪ ਜੀਆਂ ਨੇ ਸਰਵਣ ਕੀਤਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਦਰਬਾਰ ਤੋਂ। ਇਹ ਸ਼ਬਦ ਹੈ ਜੋ 686 ਅੰਗ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਸੁਭਾਈਮਾਨ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦਾ ਉਜ਼ਾਰਨ ਕੀਤਾ ਹੋਇਆ ਇਹ ਸ਼ਬਦ ਧਨਾਸਰੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਇਸ ਸ਼ਬਦ ਨੂੰ ਧਨਾਸਰੀ ਰਾਗ ਦੇ ਵਿੱਚ ਗਾਇਨ ਕੀਤਾ ਜਾਵੇ। ਆਓ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਜੋ ਮੇਰੇ ਦੀਨ ਦੁਨੀ ਦੇ ਮਾਲਕ, ਆਪ ਨਾਰਾਇਣ ਕਲਾਧਾਰ ਜਗ में ਪਰਵਰਿਓ। ਬਖਸ਼ਿਸ਼ ਕਰ ਰਹੇ ਨੇ ਨਾਰਾਇਣ ਰੂਪ ਸਤਿਗੁਰੂ ਨਾਨਕ ਪਾਤਸ਼ਾਹ ਜੀ। ਬੜੀ ਪਿਆਰ ਸਦਕਾ ਸੱਚਖੰਡ ਤੋਂ ਜੋ ਮੁਬਾਰਕ ਬਚਨ ਹਨ, ਉਹਨਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਧਨਾਸਰੀ ਮਹੱਲਾ ਪਹਿਲਾ। ਧਨਾਸਰੀ ਰਾਗ ਦੇ ਵਿੱਚ ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਕਿ ਪਾਵਨ ਪਵਿੱਤਰ ਮੁਖ ਵਾਕ। ਸਹਿਜ ਮਿਲਿਆ ਪਰਵਾਣੋ। ਕਹਿੰਦੇ ਜਿਹੜੇ ਆਤਮਿਕ ਆਨੰਦ ਦੇ ਵਿੱਚ ਟਿਕ ਕਰਕੇ ਪਰਮੇਸ਼ਰ ਨੂੰ ਮਿਲਦਾ ਹੈ ਪਿਆਰਿਓ, ਜਿਤਨੀ ਦੇਰ ਤੱਕ ਮਨੋਂ ਨਹੀਂ ਕੋਈ ਮਿਲਦਾ, ਉਤਨੀ ਦੇਰ ਤੱਕ ਮਿਲਾਪ ਨਹੀਂ ਹੁੰਦਾ। ਸਤਿਗੁਰਾਂ ਦੀ ਮੁਬਾਰਕ ਬਚਨ ਹਨ, ਮਿਲਿਆ ਨਾ ਮਿਲੇ ਮਿਲਿਆ ਜੀ ਹੋਏ। ਅੰਤਰ ਆਤਮੈ ਜੋ ਮਿਲਿਆ ਕਹੀਏ ਸੋਈ। ਕਹਿੰਦੀ ਮਿਲਣ ਵਾਸਤੇ ਤੇ ਆਇਆ ਪਰ ਮਿਲਾਪ ਨਹੀਂ ਹੋਇਆ। ਕਿਉਂ ਨਹੀਂ ਮਿਲਾਪ ਹੋਇਆ? ਅੰਦਰੋਂ ਨਹੀਂ ਮਿਲਿਆ ਨਾ ਮਿਲੇ। ਅਸੀਂ ਕਈ ਵਾਰੀ ਕਹਿੰਦੀਆਂ ਤੈਨੂੰ ਆਏ ਤਾਂ ਸੀ ਮਿਲਣ ਵਾਸਤੇ ਅਸੀਂ, ਪਰ ਕਹਿੰਦੀ ਮਿਲਣ ਵਾਸਤੇ ਤੇ ਤੁਸੀਂ ਆਏ, ਪਰ ਤੁਹਾਡਾ ਮਨ ਕਿਧਰੇ ਹੋਰ ਸੀ। ਜੇ ਕਿਧਰੇ ਮਨ ਹੋ ਗਿਆ ਇਹ ਪਿਆਰਿਓ ਮਿਲਾਪ ਨਹੀਂ। ਅੰਤਰ ਆਤਮੈ ਜੋ ਮਿਲਿਆ ਕਹੀਏ ਸੋਈ। ਅੰਸਰ ਵਿੱਚ ਉਹੀਓ ਮਿਲਿਆ ਹੋਇਆ ਜਿਹੜਾ ਅੰਦਰੋਂ ਪਰਮੇਸ਼ਰ ਦੇ ਨਾਲ ਮਿਲਿਆ ਹੋਇਆ। ਨਹੀਂ ਤੇ ਬਾਹਰੀ ਮਿਲਾਪ ਕਈ ਵਾਰੀ ਪਿਆਰੀ ਦਿਖਾਵਾ ਹੀ ਹੋਇਆ ਕਰਦਾ ਹੈ। ਜਦੋਂ ਕੋਈ ਅੰਦਰੋਂ ਮਿਲ ਜਾਂਦਾ ਹੈ, ਉਸ ਨੂੰ ਫਿਰ ਆਤਮਿਕ ਆਨੰਦ ਮਿਲ ਜਾਂਦਾ, ਉਸ ਮਾਲਕ ਦੇ ਨਾਲ ਪਿਆਰ ਬਣ ਜਾਂਦਾ ਹੈ। ਉਸ ਨੂੰ ਕਹਿੰਦੇ ਨੇ ਸਹਿਜ ਮਿਲਿਆ ਪਰਵਾਨ। ਉਹਦਾ ਮਿਲਿਆ ਹੋਇਆ ਆਤਮਿਕ ਆਨੰਦ ਦੇ ਵਿੱਚ ਟਿਕ ਕਰਕੇ ਪਰਵਾਨ ਹੋ ਜਾਂਦਾ। ਉਹਦਾ ਮਿਲਣਾ ਕਬੂਲ ਪੈ ਜਾਂਦਾ। ਉਹ ਵਾਹਿਗੁਰੂ ਦੇ ਦਰ ਤੇ ਜਦੋਂ ਆਉਂਦਾ ਹੈ, ਵਾਹਿਗੁਰੂ ਦੇ ਦਰ ਤੇ ਆਇਆ ਹੋਇਆ ਉਸਦਾ ਪਰਵਾਨ ਹੋ ਜਾਂਦਾ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮਿਲਿਆ ਉਹੀਓ ਹੀ ਹੈ ਜਿਹੜਾ ਅੰਦਰੋਂ ਮਿਲਿਆ ਹੈ। ਜੇ ਅੰਦਰੋਂ ਨਹੀਂ ਮਿਲਿਆ ਤੇ ਉਸਦਾ ਮਿਲਾਪ ਕੋਈ ਨਹੀਂ। ਨਾ ਤਿਸ ਮਰਨ ਨਾ ਆਵਣ ਦਾੜੋ। ਵੇਖੋ ਪਿਆਰਿਓ, ਮਰਨਾ ਤੇ ਹਰੇਕ ਲਈ ਹੈ। ਇਹ ਸਤਿਗੁਰੂ ਇੱਥੇ ਕਹਿ ਰਹੇ ਨਾ ਤਿਸ ਮਰਨ ਨਾ ਆਵਣ ਜਾਣ। ਕਿਹੜੀ ਮਰਨ ਦੀ ਗੱਲ ਕਰ ਰਹੇ ਨੇ? ਕਹਿੰਦੇ ਉਹ ਆਤਮਿਕ ਮੌਤ ਤੇ ਨਹੀਂ ਮਰਦਾ, ਉਹਦੀ ਆਤਮਿਕ ਮੌਤ ਨਹੀਂ ਹੁੰਦੀ। ਨਾ ਤਿਸ ਮਰਨ ਨਾ ਆਵਣ ਜਾਣ। ਉਹਦਾ ਆਉਣ ਜਾਣ ਦਾ ਜਿਹੜਾ ਚੱਕਰ ਹੈ ਉਹ ਵੀ ਮੇਰੇ ਮਾਲਕ ਖਤਮ ਕਰ ਦਿੰਦੇ ਨੇ। ਕੀ ਕਰਦੇ ਨੇ? ਆਪਣੇ ਆਪੇ ਵਿੱਚ ਅਭੇਦ ਕਰ ਲੈਂਦੇ ਨੇ। ਇੱਕ ਵਾਰੀ ਜਨਮ ਲਿਆ, ਮਨੁੱਖਾ ਜਨਮ ਪਾ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਪਿਆਰਿਓ। ਜੰਮਣ ਮਰਨ ਦਾ ਚੱਕਰ ਹੀ ਖਤਮ ਕਰ ਲਿਆ। ਨਾ ਤਿਸ ਮਰਨ ਨਾ ਆਵਣ ਜਾਣ। ਹੁਣ ਉਹ ਆਤਮਿਕ ਆਨੰਦ ਦੇ ਵਿੱਚ ਟਿਕ ਕਰਕੇ ਰਹਿੰਦਾ ਹੈ। ਹਮੇਸ਼ਾ ਹੀ ਪ੍ਰਭੂ ਦੇ ਦਰ ਦੇ ਵਿੱਚ ਪਿਆਰਿਓ ਉਹਦੀ ਸੁਰਤੀ ਬੁੱਧੀ ਜੁੜੀ ਰਹਿੰਦੀ ਹੈ। ਉਹ ਵੱਖ ਨਹੀਂ ਕਦੇ ਹੁੰਦਾ। ਨਾ ਤਿਸ ਮਰਨ, ਉਹਦਾ ਆਤਮਿਕ ਮੌਤ ਕਦੇ ਵੀ ਨਹੀਂ ਹੁੰਦੀ। ਆਉਣ ਜਾਣ ਦਾ ਉਹਦਾ ਚੱਕਰ ਮੇਰਾ ਵਾਹਿਗੁਰੂ ਆਪ ਹੀ ਖਤਮ ਕਰ ਦਿੰਦਾ ਪਿਆਰਿਓ। ਇੱਕ ਰਾਜਾ ਹੋਇਆ ਚੱਕਵਣ। ਪੁਰਾਤਨ ਸਾਖੀ ਆਉਂਦੀ ਹੈ, ਕਹਿੰਦੀ ਚੱਕਵਣ ਰਾਜਾ ਜਿਹੜਾ ਸੀ ਇਹ ਬੜਾ ਧਰਮੀ, ਬਹੁਤ ਧਰਮ ਦੇ ਕਰਮ ਕਰਿਆ ਕਰਦਾ ਸੀ ਪਿਆਰਿਓ। ਜਿਵੇਂ ਅੱਜ ਦੇ ਰਾਜੇ ਨੇ, ਇਹਨਾਂ ਦੀ ਵਰਗਾ ਨਹੀਂ ਸੀ। ਉਸ ਨੇ ਕੀ ਕਰਨਾ? ਉਹਦੀ ਆਪਣੀ ਖੇਤੀਬਾੜੀ ਸੀ। ਖੇਤੀਬਾੜੀ ਦੇ ਵਿੱਚੋਂ ਜੋ ਦੋਨਾਂ ਜੀਆਂ ਨੇ, ਧੀਆਂ ਪੁੱਤਰ ਉਹਨਾਂ ਦਾ ਕੋਈ ਨਹੀਂ ਸੀ, ਦੋਨੋਂ ਹੀ ਜੀ
ਦੋਨਾਂ ਜੀਆਂ ਨੇ ਕਹਿੰਦੀ ਮਿਹਨਤ ਮੁਸ਼ੱਕਤ ਕਰਨੀ, ਖੇਤੀ ਕਰਨੀ ਤੇ ਪਿਆਰੇ ਸਾਦੇ ਕੱਪੜੇ ਪਾਉਣੇ, ਸਾਦਾ ਖਾਣਾ ਤੇ ਜਿਤਨਾ ਪਿਆਰੋ ਖਜ਼ਾਨਾ ਸਰਕਾਰ ਦਾ ਹੋਇਆ ਕਰਦਾ ਸੀ ਉਹ ਲੁਕਾਈ ਵਾਸਤੇ ਹੀ ਵਰਤਦੇ ਸੀ। ਉਹ ਕਦੇ ਵੀ ਖਜ਼ਾਨਾ ਜਿਹੜਾ ਸਰਕਾਰ ਦਾ ਆਪਣੇ ਵਾਸਤੇ ਇੱਕ ਪਾਈ ਵੀ ਨਹੀਂ ਸੀ ਵਰਤਦੇ, ਬਿਲਕੁਲ ਹੀ ਆਪਣੀ ਕਿਰਤ ਕਰਕੇ ਦਸਾਂ ਦੋਵਾਂ ਦੀ ਖਾਂਦੇ ਸੀ। ਦਸਾਂ ਦੋਵਾਂ ਦੀ ਕਿਰਤ ਕਰਨੀ, ਆਪਣੀ ਉਪਜੀਵਕਾ ਉਸੇ ਦੇ ਨਾਲ ਚਲਾਉਣੀ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ, ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜ ਕੇ ਰਹਿਣਾ, ਹਰ ਵੇਲੇ ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜ ਕੇ ਰਹਿਣਾ। ਇਸ ਦੇ ਘਰ ਦੇ ਵਿੱਚ ਮਹੱਲਾਂ ਦੇ ਵਿੱਚ ਮਹੱਲ ਵੀ ਸਧਾਰਨ ਉਹਨਾਂ ਨੇ, ਮਕਾਨ ਵੀ ਸਧਾਰਨ ਰੱਖਿਆ ਹੋਇਆ ਸੀ। ਕਹਿੰਦੇ ਅਮੀਰ ਲੋਕ ਸ਼ਾਹੂਕਾਰਾਂ ਦੀਆਂ ਸਵਾਣੀਆਂ, ਕਹਿੰਦੀ ਇੱਕ ਮੇਲਾ ਲੱਗਿਆ ਹੋਇਆ ਸੀ। ਮੇਲੇ ਤੋਂ ਵਾਪਸ ਆਉਂਦੀਆਂ ਕਹਿੰਦੀਆਂ ਚਲੋ ਰਾਜਾ ਕਹਿੰਦੀ ਬੜਾ ਧਰਮਾਤਮਾ ਹੈ, ਬਹੁਤ ਚੰਗਾ ਹੈ, ਅਸੀਂ ਕਹਿੰਦੀ ਉਸਦੀ ਰਾਣੀ ਨੂੰ ਮਿਲ ਚੱਲਦੇ। ਬੀਬੀਆਂ ਸਾਰੀਆਂ ਇਕੱਠੀਆਂ ਹੋ ਕੇ ਕਹਿੰਦੀਆਂ ਚਲੋ ਇਹ ਰਾਜਾ ਚੱਕਵਣ ਧਰਮੀ ਹੈ, ਅਸੀਂ ਇਸ ਦੀ ਰਾਣੀ ਨੂੰ ਮਿਲ ਚੱਲਦੇ ਹਾਂ। ਜਿਸ ਵੇਲੇ ਰਾਣੀ ਨੂੰ ਮਿਲਣ ਵਾਸਤੇ ਆਈਆਂ ਨੇ, ਇਹ ਬੀਬੀਆਂ ਨੇ ਬੜੇ ਸੁੰਦਰ ਕੱਪੜੇ ਪਹਿਨੇ ਹੋਏ, ਬੜੇ ਗਹਿਣੇ ਪਹਿਨੇ ਹੋਏ, ਤੇ ਜਿਸ ਵੇਲੇ ਰਾਜਾ ਚੱਕਵਣ ਦੀ ਘਰ ਵਾਲੀ ਰਾਣੀ ਨੂੰ ਮਿਲੇ, ਰਾਣੀ ਬਿਲਕੁਲ ਸਧਾਰਨ ਕੱਪੜਿਆਂ ਦੇ ਵਿੱਚ ਸੀ, ਬਿਲਕੁਲ ਸਧਾਰਨ ਕੱਪੜੇ ਪਾਏ ਹੋਏ, ਕੋਈ ਗਹਿਣੇ ਨਹੀਂ ਪਾਏ ਹੋਏ। ਹੁਣ ਜਿਹੜੀ ਸ਼ਾਹੂਕਾਰਾਂ ਦੀਆਂ ਘਰ ਵਾਲੀਆਂ ਸਵਾਣੀਆਂ ਸਨ, ਆਖਣ ਲੱਗੀਆਂ ਮਹਾਰਾਣੀ ਸਾਹਿਬਾਂ ਸਾਨੂੰ ਤੇ ਵੇਖ ਕੇ ਦੁੱਖ ਹੋ ਰਿਹਾ, ਜਿਹੋ ਜਿਹੇ ਕੱਪੜੇ ਤੁਸੀਂ ਪਾਏ ਹੋਏ ਨੇ ਇਹੋ ਜਿਹੇ ਸਾਡੇ ਘਰਾਂ ਦੇ ਵਿੱਚ ਕੰਮ ਕਰਨ ਵਾਲੇ ਵੀ ਨਹੀਂ ਪਾਉਂਦੇ। ਆਹ ਤੁਸੀਂ ਇਤਨੇ ਸਧਾਰਨ ਕੱਪੜੇ ਪਾਏ ਹੋਏ ਨੇ, ਤੁਸੀਂ ਮਹਾਰਾਣੀ ਹੋ, ਤੁਸੀਂ ਵਧੀਆ ਕੱਪੜੇ ਪਾਇਆ ਕਰੋ, ਗਹਿਣੇ ਪਾਇਆ ਕਰੋ, ਤੁਸੀਂ ਸਾਡੇ ਨਾਲੋਂ ਸਗੋਂ ਚੰਗੇ ਗਹਿਣੇ ਪਾਇਆ ਕਰੋ, ਚੰਗੇ ਕੱਪੜੇ ਪਾਇਆ ਕਰੋ। ਹੁਣ ਰਾਣੀ ਦੇ ਮਨ ਦੇ ਉੱਤੇ ਅਸਰ ਹੋ ਗਿਆ। ਪਿਆਰੇ ਧਰਮ ਕਰਮ ਕਰਨ ਵਾਲੇ, ਉਹ ਜਿਸ ਵੇਲੇ ਉਹਨਾਂ ਨੇ ਗੱਲ ਆਖੀ, ਹੁਣ ਰਾਣੀ ਰਾਜੇ ਚੱਕਵਣ ਨੂੰ ਕਹਿੰਦੀ ਕਿ ਮੇਰੇ ਵਾਸਤੇ ਸੁੰਦਰ ਮੈਨੂੰ ਕੱਪੜੇ ਚਾਹੀਦੇ ਤੇ ਮੈਨੂੰ ਸੁੰਦਰ ਗਹਿਣੇ ਚਾਹੀਦੇ। ਬੀਬੀਆਂ ਦੀ ਗੱਲ ਦੇ ਵਿੱਚ ਆ ਗਈ, ਬੀਬੀਆਂ ਦੀ ਗੱਲ ਦੇ ਵਿੱਚ ਆ ਕਰਕੇ ਆਖਣ ਲੱਗੀ ਮੈਨੂੰ ਵੀ ਉਹਨਾਂ ਤੋਂ ਵਧੀਆ ਕੱਪੜੇ ਚਾਹੀਦੇ ਨੇ ਤੇ ਉਹਨਾਂ ਤੋਂ ਵਧੀਆ ਗਹਿਣੇ ਚਾਹੀਦੇ ਨੇ। ਜੋ ਕਹਿ ਰਹੀਆਂ ਸਨ ਠੀਕ ਹੀ ਕਹਿ ਰਹੀਆਂ ਸਨ ਕਿ ਮੈਂ ਮਹਾਰਾਣੀ ਹਾਂ। ਉਹ ਤੇ ਆਮ ਸਧਾਰਨ ਸ਼ਾਹੂਕਾਰਾਂ ਦੀਆਂ ਪਤਨੀਆਂ ਸਨ ਤੇ ਸਾਡਾ ਰੂਪ ਦਾਬ ਤੇ ਉਹਨਾਂ ਨਾਲੋਂ ਜ਼ਿਆਦਾ ਹੋਣਾ ਚਾਹੀਦਾ। ਅੱਜ ਪਿਆਰੋ ਤੁਸੀਂ ਵੇਖਦੇ ਹੋ ਨਾ, ਅੱਜ ਤੁਸੀਂ ਵੇਖਦੇ ਹੋ ਪ੍ਰਾਈਮ ਮਿਨਿਸਟਰ ਜਿਹੜੇ ਹੋਇਆ ਕਰਦੇ ਨੇ ਉਹ ਕੱਪੜਿਆਂ ਤੇ ਇੰਨਾ ਖਰਚਾ ਕਰਦੇ ਨੇ, ਕਿਧਰੇ ਗਰੀਬਾਂ ਵਾਲੇ ਪਾਸੇ ਨਹੀਂ ਵੇਖਦੇ, ਪਰ ਆਪਣਿਆਂ ਕੱਪੜਿਆਂ ਤੇ ਹੀ ਸਾਰਾ ਜ਼ੋਰ ਲਗਾ ਦਿੰਦੇ ਨੇ, ਆਪਣੇ ਮੇਕਅਪ ਤੇ ਹੀ ਸਾਰਾ ਜ਼ੋਰ ਲਗਾ ਦਿੰਦੇ ਨੇ। ਪਰ ਲੁਕਾਈ ਭਾਵੇਂ ਢੱਠੇ ਖੂਟ ਪਵੇ, ਜੋ ਮਰਜ਼ੀ ਹੋਵੇ, ਦੁਖੀ ਹੋਣ ਸੁਖੀ ਹੋਣ ਉਹਨਾਂ ਨੂੰ ਕੋਈ ਵਾਸਤਾ ਨਹੀਂ। ਹੁਣ ਰਾਣੀ ਆਖਣ ਲੱਗੀ ਮੈਨੂੰ ਤੇ ਕੱਪੜੇ ਵਧੀਆ ਚਾਹੀਦੇ ਨੇ, ਗਹਿਣੇ ਵਧੀਆ ਚਾਹੀਦੇ ਨੇ। ਰਾਜਾ ਚੱਕਵਣ ਕਹਿੰਦਾ ਭਾਗਾਂ ਵਾਲੀ ਤੈਨੂੰ ਪਤਾ ਕਿ ਅਸੀਂ ਰਾਜ ਸਰਕਾਰ ਦੇ ਵਿੱਚ ਇੱਕ ਪਾਈ ਵੀ ਨਹੀਂ ਵਰਤਦੇ, ਖਜ਼ਾਨੇ ਦੇ ਵਿੱਚੋਂ ਅਸੀਂ ਪੈਸਾ ਕੋਈ ਵਰਤਦੇ ਨਹੀਂ, ਉਹ ਲੁਕਾਈ ਦਾ ਪੈਸਾ ਅਸੀਂ ਨਹੀਂ ਵਰਤਣਾ। ਅਸੀਂ ਮਿਹਨਤ ਕਸ਼ ਲੋਕ ਹਾਂ, ਜੋ ਮਿਹਨਤ ਮਜ਼ਦੂਰੀ ਕਰਦੇ ਹਾਂ, ਖੇਤੀ ਕਰਦੇ ਹਾਂ ਤੇ ਉਹਦੇ ਨਾਲ ਸਾਡਾ ਜੋ ਗੁਜ਼ਾਰਾ ਚੱਲਦਾ ਹੈ, ਮੈਂ ਤੈਨੂੰ ਕਿੱਥੋਂ ਲੈ ਕੇ ਦੇਵਾਂ ਗਹਿਣੇ? ਇਤਨੇ ਸੁੰਦਰ ਵਿਭੂਖਣ ਤੈਨੂੰ ਮੈਂ ਕਿੱਥੋਂ ਲੈ ਕੇ ਦੇਵਾਂ ਗਹਿਣੇ, ਤੈਨੂੰ ਮੈਂ ਕਿੱਥੋਂ ਲੈ ਕੇ ਦੇਵਾਂ? ਕਹਿੰਦੀ ਜਿਸ ਤਰ੍ਹਾਂ ਮਰਜ਼ੀ ਕਰੋ, ਮੈਨੂੰ ਤੇ ਉਹ ਜਿਹੜੀਆਂ ਸਵਾਣੀਆਂ ਆਈਆਂ ਸਨ ਉਹਨਾਂ ਤੋਂ ਵਧੀਆ ਕੱਪੜੇ ਚਾਹੀਦੇ ਨੇ ਤੇ ਵਧੀਆ ਗਹਿਣੇ ਚਾਹੀਦੇ ਨੇ। ਕਿ ਪਿਆਰੀ ਉਹ ਘਰ ਵਾਲੀ ਦੇ ਅੱਗੇ ਗੋਡੇ ਟੇਕ ਕੇ ਆਖਣ ਲੱਗਾ ਰਾਜਾ ਚੱਕਵਣ ਆਪਣੇ ਵਜ਼ੀਰ ਨੂੰ, ਪਿਆਰਿਓ ਉਹਨਾਂ ਦੇ ਵਜ਼ੀਰ ਵੀ ਬੜੇ ਪਰਮੇਸ਼ਰ ਨਾਲ ਜੁੜੇ ਹੋਏ ਸਨ, ਪਰਮੇਸ਼ਰ ਦੇ ਨਾਲ ਜੁੜੇ ਹੋਏ ਸਨ। ਵਜ਼ੀਰ ਨੂੰ ਆਖਿਆ ਕਿ ਗੁਆਂਢੀ ਰਾਜਾ ਸਾਡਾ ਰਾਵਣ ਹੈ। ਕਹਿੰਦੇ ਰਾਵਣ ਵੀ ਉਸ ਵੇਲੇ ਰਾਜਾ ਸੀ। ਕਹਿੰਦੇ ਰਾਵਣ ਦੇ ਕੋਲ ਜਾਓ ਜਿਹਦੀ ਲੰਕਾ ਹੀ ਸਾਰੀ ਸੋਨੇ ਦੀ, ਲੰਕਾ ਹੜ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਰਿਹਾ। ਕਹਿੰਦੀ ਜਿਹਦੀ ਲੰਕਾ ਹੀ ਸਾਰੀ ਸੋਨੇ ਦੀ ਸੀ, ਕਹਿੰਦੇ ਉਹਦੇ ਕੋਲ ਜਾ ਤੇ ਜਾ ਕਰਕੇ ਉਸ ਨੂੰ ਆਖ ਕਿ ਸਾਨੂੰ ਸੋਨਾ ਚਾਹੀਦਾ,
ਸਾਨੂੰ ਕਰ ਤੇ ਸੋਨਾ ਦਿਓ, ਕੁਝ ਤੁਹਾਡਾ ਸੋਨਾ ਅਸੀਂ ਵਾਪਸ ਕਰ ਦੇਵਾਂਗੇ, ਇਹ ਸਾਨੂੰ ਸੋਨਾ ਚਾਹੀਦਾ। ਜਿਸ ਵੇਲੇ ਰਾਵਣ ਦੇ ਕੋਲ ਗਿਆ ਵਜ਼ੀਰ ਨੇ ਜਾ ਕਰਕੇ ਇਹ ਗੱਲ ਆਖੀ ਕਿ ਮੈਨੂੰ ਰਾਜਾ ਚੱਕਮਣ ਨੇ ਤੁਹਾਡੇ ਕੋਲ ਭੇਜਿਆ, ਉਹ ਬਹੁਤ ਧਰਮੀ ਰਾਜਾ ਹੈ, ਉਸਨੇ ਸੋਨਾ ਮੰਗਿਆ ਹੈ, ਕਰ ਤੇ ਤੁਹਾਨੂੰ ਵਾਪਸ ਕਰ ਦੇਵਾਂਗੇ। ਕਹਿੰਦਾ ਵੀ ਤੁਹਾਨੂੰ ਪਤਾ ਕਿ ਮੈਂ ਤੇ ਸੋਨਾ ਇਕੱਤਰ ਕਰਦਾ, ਮੈਂ ਸੋਨੇ ਨੂੰ ਪਿਆਰ ਕਰਦਾ, ਮੈਂ ਸੋਨਾ ਨਹੀਂ ਕਿਸੇ ਨੂੰ ਦਿੰਦਾ, ਮੈਂ ਕਿਸੇ ਨੂੰ ਸੋਨਾ ਨਹੀਂ ਦਿੰਦਾ। ਹੁਣ ਜਿਸ ਵੇਲੇ ਜਵਾਬ ਦੇ ਦਿੱਤਾ ਤੇ ਕਹਿੰਦੇ ਠੀਕ ਹੈ, ਫਿਰ ਵੀ ਤੁਹਾਡੇ ਕੋਲ ਮੈਂ ਸ਼ਾਮ ਨੂੰ ਆਵਾਂਗਾ, ਤੁਸੀਂ ਵਿਚਾਰ ਕਰ ਲਓ। ਆਪਣੀ ਘਰਵਾਲੀ ਦੇ ਨਾਲ ਵਿਚਾਰ ਕੀਤੀ ਰਾਵਣ ਨੇ, ਆਪਣੀ ਘਰਵਾਲੀ ਦੇ ਨਾਲ ਵਿਚਾਰ ਕੀਤੀ, ਆਖਣ ਲੱਗਾ ਰਾਜਾ ਚੱਕਮਣ ਦਾ ਵਜ਼ੀਰ ਆਇਆ ਸੀ, ਉਹ ਸੋਨਾ ਮੰਗ ਰਿਹਾ ਸੀ। ਕਹਿੰਦੇ ਤੁਹਾਨੂੰ ਪਤਾ ਸੋਨਾ ਤੇ ਮੈਂ ਕਿਸੇ ਨੂੰ ਦਿੰਦਾ ਕੋਈ ਨਹੀਂ। ਕਹਿੰਦੀ ਘਰਵਾਲੀ ਕਹਿੰਦੀ ਰਾਵਣ ਦੀ ਚੰਗੇ ਸੁਭਾਅ ਦੀ ਸੀ, ਆਖਣ ਲੱਗੀ ਉਹ ਰਾਜਾ ਧਰਮੀ ਹੈ, ਜੇ ਉਸਨੇ ਮੰਗਿਆ ਹੈ ਘਰ ਵਾਸਤੇ ਸੋਨਾ ਤੇ ਦੇ ਦੇਵੋ ਉਸਨੂੰ, ਮੁੜ ਕੇ ਉਸ ਦੇ ਦੇਣਾ ਹੈ। ਕਹਿੰਦੇ ਨਹੀਂ, ਮੈਂ ਸੋਨਾ ਬਿਲਕੁਲ ਨਹੀਂ ਦੇਵਾਂਗਾ, ਮੈਂ ਸੋਨਾ ਬਿਲਕੁਲ ਨਹੀਂ ਦੇਵਾਂਗਾ। ਕਹਿੰਦੇ ਠੀਕ ਹੈ ਤੇਰੀ ਮਰਜ਼ੀ। ਤੇ ਕਹਿੰਦੀ ਫਿਰ ਤੁਹਾਨੂੰ ਇੱਕ ਕੌਤਕ ਮੈਂ ਦਿਖਾਉਣੀ ਆ, ਇੱਕ ਤੁਹਾਨੂੰ ਮੈਂ ਨਜ਼ਾਰਾ ਦਿਖਾਉਣੀ ਆ, ਤੁਸੀਂ ਮੰਨ ਜਾਓਗੇ ਕਿ ਰਾਜਾ ਚੱਕਮਣ ਧਰਮੀ ਰਾਜਾ ਹੈ, ਉਸ ਦੀ ਗੱਲ ਸਾਨੂੰ ਮੋੜਨੀ ਨਹੀਂ ਚਾਹੀਦੀ। ਕਹਿੰਦੇ ਰੋਜ਼ਾਨਾ ਹੀ ਰਾਵਣ ਦੀ ਘਰਵਾਲੀ ਪੰਛੀਆਂ ਨੂੰ ਦਾਣੇ ਪਾਇਆ ਕਰਦੀ ਸੀ, ਪੰਛੀਆਂ ਨੂੰ ਦਾਣੇ ਪਾਇਆ ਕਰਦੀ ਸੀ। ਅੱਜ ਵੀ ਕਹਿੰਦੇ ਦਾਣੇ ਪਾਉਣ ਵਾਸਤੇ ਜਿਸ ਵੇਲੇ ਗਈ ਤੇ ਨਾਲ ਰਾਵਣ ਨੂੰ ਲੈ ਲਿਆ। ਕਹਿੰਦੀ ਆਓ ਤਾਂ ਸਹੀ ਮੇਰੇ ਨਾਲ। ਕਹਿੰਦੇ ਦਾਣੇ ਪਾ ਰਹੀ ਹੈ ਪੰਛੀਆਂ ਨੂੰ ਤੇ ਨਾਲ ਇਹ ਗੱਲ ਕਹਿ ਰਹੀ ਹੈ ਰਾਜੇ ਰਾਵਣ ਦਾ ਕਹਿਣਾ ਹੈ ਕਿ ਤੁਸੀਂ ਦਾਣਾ ਕੋਈ ਨਹੀਂ ਖਾਣਾ, ਰਾਜੇ ਰਾਵਣ ਦਾ ਕਹਿਣਾ ਹੈ ਕਿ ਤੁਸੀਂ ਦਾਣਾ ਕੋਈ ਨਹੀਂ ਖਾਣਾ। ਪਰ ਜਿਤਨੇ ਪੰਛੀ ਸਨ ਉਹ ਦਾਣੇ ਖਾਈ ਜਾ ਰਹੇ, ਉਹ ਦਾਣੇ ਖਾਈ ਜਾ ਰਹੇ ਨੇ। ਪਰ ਕਹਿੰਦੀ ਵੇਖੋ ਆ ਤੁਹਾਡਾ ਰਾਜ ਹੈ, ਇਹਨਾਂ ਪੰਛੀਆਂ ਨੂੰ ਆਖਿਆ ਹੈ ਕਿ ਦਾਣੇ ਨਹੀਂ ਖਾਣੇ, ਇਹ ਤੁਹਾਡੀ ਗੱਲ ਵੀ ਨਹੀਂ ਮੰਨਣੀ। ਕਹਿੰਦੀ ਤੇ ਪੰਛੀ ਇਹਨਾਂ ਨੂੰ ਕੀ ਪਤਾ, ਇਹਨਾਂ ਨੂੰ ਕੀ ਪਤਾ ਕਿ ਦਾਣੇ ਤੁਸੀਂ ਕਹਿ ਦਿਓ ਖਾਣ ਵਾਸਤੇ ਖਾਣੇ ਜਾਂ ਨਹੀਂ ਖਾਣੇ, ਇਹ ਪੰਛੀ ਹੈ, ਇਹਨਾਂ ਨੂੰ ਕੀ ਪਤਾ। ਕਹਿੰਦੇ ਹੁਣੇ ਦੇਖ ਲੈਣਾ ਫਿਰ। ਕਹਿੰਦੇ ਰਾਜੇ ਚੱਕਮਣ ਦਾ ਹੁਕਮ ਹੈ ਤੁਹਾਨੂੰ ਪੰਛੀਆਂ, ਰਾਜੇ ਚੱਕਮਣ ਦਾ ਤੁਹਾਨੂੰ ਹੁਕਮ ਹੈ, ਕਿਸੇ ਨੇ ਦਾਣਾ ਨਹੀਂ ਖਾਣਾ। ਰਾਜੇ ਚੱਕਮਣ ਦਾ ਹੁਕਮ ਹੈ ਤੁਹਾਨੂੰ, ਦਾਣਾ ਕਿਸੇ ਨੇ ਨਹੀਂ ਖਾਣਾ। ਪੰਛੀ ਸਾਰੇ ਹੀ ਪਿਆਰੋ ਅਡੋਲ, ਕਿਸੇ ਨੇ ਦਾਣਾ ਮੂੰਹ ਦੇ ਵਿੱਚ ਨਹੀਂ ਪਾਇਆ, ਕਿਸੇ ਨੇ ਦਾਣਾ ਮੂੰਹ ਦੇ ਵਿੱਚ ਨਹੀਂ ਪਾਇਆ। ਤੇ ਇੱਕ ਪੰਛੀ ਜਿਹੜਾ ਬਹਿਰਾ ਸੀ, ਜਿਸ ਨੂੰ ਸੁਣਾਈ ਨਹੀਂ ਸੀ ਦਿੰਦਾ, ਉਸਨੇ ਪਿਆਰੇ ਦਾਣੇ ਚੁਗਣੇ ਸ਼ੁਰੂ ਕਰ ਦਿੱਤੇ। ਉਹਦੇ ਸਿਰ ਦੇ ਵਿੱਚ ਕੋਈ ਚੀਜ਼ ਵੱਜੀ, ਉਸ ਦੀ ਮੌਤ ਹੋ ਗਈ, ਉਸ ਦੀ ਮੌਤ ਹੋ ਗਈ। ਰਾਵਣ ਦੀ ਘਰਵਾਲੀ ਰਾਵਣ ਨੂੰ ਆਖਣ ਲੱਗੀ ਆਹ ਵੇਖ ਲਓ, ਆਹ ਪੰਛੀ ਪਰੰਦੇ ਜਿਹੜੇ ਨੇ ਨਾ, ਇਹ ਵੀ ਰਾਜਾ ਚੱਕਮਣ ਦਾ ਹੁਕਮ ਮੰਨਦੇ ਨੇ, ਪਰ ਤੁਸੀਂ ਉਸ ਨੂੰ ਸੋਨਾ ਕਿਉਂ ਨਹੀਂ ਦੇ? ਕਹਿੰਦੇ ਨਹੀਂ ਮੈਂ ਸੋਨਾ ਨਹੀਂ ਦੇਵਾਂਗਾ, ਇਹ ਤੁਹਾਡਾ ਕੋਈ ਬਾਜ਼ੀਗਰੀ ਤਮਾਸ਼ਾ ਲੱਗਦਾ ਹੈ, ਇਹ ਤੁਸੀਂ ਕੋਈ ਬਾਜ਼ੀਗਰੀ ਖੇਲ ਦਿਖਾਇਆ, ਮੈਂ ਨਹੀਂ ਇਸ ਨੂੰ ਮੰਨਦਾ। ਪਰ ਕਹਿੰਦੇ ਤੁਹਾਡੇ ਦੇ ਪੰਛੀ ਵੀ ਨਹੀਂ ਮੰਨਦੇ, ਤੁਹਾਡਾ ਰਾਜ ਕਾਹਦਾ? ਆ ਵੇਖੋ ਉਹਨਾਂ ਦੀ ਪੰਛੀ ਵੀ ਮੰਨਦੇ ਨੇ। ਹੁਣ ਪਿਆਰਿਓ ਜਿਸ ਵੇਲੇ ਇਸ ਨੇ ਮੰਨੀ ਕੋਈ ਨਾ ਗੱਲ, ਸ਼ਾਮ ਨੂੰ ਫਿਰ ਰਾਜੇ ਦਾ ਵਜ਼ੀਰ, ਰਾਜੇ ਚੱਕਮਣ ਦਾ ਵਜ਼ੀਰ ਆਇਆ, ਉਸਨੇ ਇਹ ਗੱਲ ਆ ਕਰਕੇ ਆਖੀ ਰਾਵਣ ਰਾਜਾ, ਜਿਹੜੀ ਮੈਂ ਗੱਲ ਤੁਹਾਨੂੰ ਆਖੀ ਸੀ ਸੋਨਾ ਦੇਣ ਵਾਸਤੇ ਤੁਸੀਂ ਤਿਆਰ ਹੋ ਜਾਂ ਨਹੀਂ? ਕਹਿੰਦੇ ਨਹੀਂ ਮੈਂ ਸੋਨਾ ਨਹੀਂ ਦੇਵਾਂਗਾ, ਮੈਂ ਸੋਨਾ ਨਹੀਂ ਦੇਵਾਂਗਾ। ਚਲੋ ਕਹਿੰਦੇ ਜੇ ਸੋਨਾ ਤੁਸੀਂ ਨਹੀਂ ਦੇਣਾ ਤੇ ਆਓ ਸਮੁੰਦਰ ਦੇ ਕਿਨਾਰੇ ਮੇਰੇ ਨਾਲ, ਸਮੁੰਦਰ ਦੇ ਕਿਨਾਰੇ ਤੱਕ ਮੇਰੇ ਨਾਲ ਚੱਲੋ। ਜਿਸ ਵੇਲੇ ਸਮੁੰਦਰ ਦੇ ਕਿਨਾਰੇ ਤੇ ਪਿਆਰਿਓ ਗਏ ਤੇ ਰਾਜੇ ਚੱਕਮਣ ਦੇ ਵਜ਼ੀਰ ਨੇ ਇੱਕ ਮਿੱਟੀ ਦੀ ਲੰਕਾ ਬਣਾਈ ਹੋਈ ਸੀ, ਮਿੱਟੀ ਦੀ ਲੰਕਾ ਬਣਾਈ ਹੋਈ ਸੀ। ਕਹਿੰਦੇ ਹੁਣ ਵੇਖੋ ਆਹ ਲੰਕਾ ਦੀ ਵਾਂਗ ਲੱਗਦੀ ਹੈ। ਰਾਵਣ ਬੜਾ ਹੈਰਾਨ, ਕਹਿੰਦੀ ਇਹ ਤੇ ਬਿਲਕੁਲ ਹੂਬਹੂ ਲੰਕਾ ਹੀ ਬਣਾ ਦਿੱਤੀ ਹੈ ਤੁਸੀਂ ਮਿੱਟੀ ਦੀ,
बड़े कारीगर हो तुसीं कहंदे, बहुत सियाणे हो तुसीं कहंदे, आ बड़ी सुंदर लंका बना दी कि बस इसनूं सोना ही नहीं लग्या होया, आ सोना ही नहीं लग्या होया, बाकी ते हूबहू तुसीं नक्शा खिच दिता, बहुत वड्डे कारीगर हो। कहंदी हुण जो मैं करन लगा चंगी तरह ध्यान नाल वेखी। राजा आ देखना, कहंदी राजे चकवन दे वजीर ने प्यारू एक जिहड़ा कमरा सी, एक कमरा सी, उसनूं हथ मारिया, मिट्टी ते हथ मारिया, वो कमरा ढह गया। ते दूसरे बने कहंदे अपनी लंका वल वेख, उधर झाती भी मार, अपने किले वल झाती मार, उधरों एक कमरा ढह गया, उधरों एक कमरा ढह गया। फिर एक थमले नूं हथ मारिया ते थमला भी डिग पिया। कहंदे राजे नूं कहंदे रावण चकवन दा वजीर कहंदा वेख ला, आ जे कहंदे आ मिट्टी दी जिहड़ी मैं बनाई ना लंका, इसनूं मैं हथ मारिया ते सारी लंका ढह ढेरी हो जाएगी, ये भी ते तेरी लंका मैं ढह ढेरी कर देवांगा हुणे ही, तेरे अहंकार नूं मैं चकना चूर कर देवांगा हुणे ही। तू हुण मनदा जां नहीं, हुण मनेगा जां नहीं कि मारा हथ ते तेरी लंका सारी मैं खत्म कर देवां, तेरी लंका सारी मैं खत्म कर देवां। उसी वे रावण आखन लगा जितना तैनूं सोना चाहिए तू लै जा, तू लै जा, कहंदे ये काम ना कर। हुण जिस वेले राजा चकवन दा वजीर प्यारे सोना लैके आया, सोना लैके आया, राजे चकवन ने आख्या अपनी घरवाली नूं आखन लगी आ लै भागां वालीए, जितने तू बकूखन बनाउणे चाहुंदी आ, जितने गहने बनाउणे चाहुंदी आ बना लै, सारा कुछ बना ला। आ वेख धन संपदा तेरे कोल हुण आ गई है, सोने नूं वेच के जो मर्जी कर, गहने बना ला। ते जिस वेले राजे चकवन दी घरवाली ने पुछया कि ये तुसीं सोना किस तरह लैके आए, कहंदी रावण पहलां ते देंदा कोई नहीं सी। उहदी घरवाली ने भी उसनूं समझाउण दा यतन कीता कि पंछी भी उसदी गल नूं नहीं सी मनदे, पर फिर भी वो मन्निया कोई। फिर कहंदे मैं एक मिट्टी दे महल बनाए जो बिल्कुल लंका वर्गे सन, जो लंका ही महसूस होंदे सी। उहदा एक एक करके मैं जदों कमरा ढाउणा शुरू कीता, उस वेले रावण डरिया ते फिर उसने कहंदे ये सोना दिता है, ये सोना दिता है। ते फिर उसनूं पता लग्या राजे चकवन दी घरवाली नूं कि मेरे घरवाले दे नाम ते वजीर ने ये गल आखी, जो भी गल कहंदा सी वो सच हुंदी सी। उहदी लंका नूं क्यों ढा सकदा सी कि राजा धर्मी है, राजा धर्मी है, वजीर भी धर्मी है। ते मैं किस गल दे मगर पई होई, मैं किस गल दे मगर पई होई आ, उन्हां शाहूकार दीआं इस्त्रियां दे पिछे लग के ते मैं सोना मंग रही हां। आखण लगी ये रावण नूं सोना वापस कर देवो, मैनूं कुਝ नहीं चाहिदा। जिवें असीं धर्म दी किरत करदे हां, असीं धर्म दी किरत दे विच ही खुश हां, सानूं सोना नहीं चाहिदा। जिस तरह असीं निर्वाह कर रहे हां, प्रभु दे रंग दे विच रंगे होए हां, राम राम करके परमेश्वर दा नाम जप के अपनी जिंदगी लंघा रहे हां। साडे वास्ते इहो ही सब कुछ है, परमेश्वर का नाम ही सब कुछ है, सानू होर कुछ नहीं चाहिए। कि धन गुरु नानक पातशाह जी महाराज कह रहे हैं, सहज मिले मिलिया परमाण, जिहड़ा आत्मक आनंद दे विच टिक करके प्यारो परमेश्वर नूं मिल गया, असल दे विच परमाण कोई होई है, परमाण कोई होई है। आउणा सफल उसे दा है जिसने आत्मक आनंद दे विच टिक करके परमेश्वर दे नाल अपनी सुरती नूं जोड़ लिया। ना तिस मरण ना आउण जाण, उहदा आउण जाण दा चक्कर भी खत्म हो जाता, वो परमेश्वर दे नाल एकमिक हो जाता है। ठाकुर में दास दास में सोए, जिहड़ा प्रभु दा सेवक है प्यारे, जो परमेश्वर दे विच एकमिक हो जाता ना, ते फिर परमेश्वर उहदे विचों प्रगट हो जाता, फिर परमेश्वर भी उसे दा स्वरूप बन जाता है, उसे दे विचों ही प्रगट हो जाता। ठाकुर में दास दास में सोए, एकमिकता हो जाती है।
हर हर जन दुई एक है, विदु विचार कछ नाहि। जल ते उपज तरंग जो, जल ही विखै समाए। एक स्वरूप बन जाते ने, उन्होंने विच भेद कोई नहीं रह जाता। राम कबीरा एक भय है, कोई ना सके पछाणी। कोई नहीं कहता कि भगत कबीर कोई होर है, कि परमेश्वर कोई होर है। एक में हो जाते ने, जै देखा तैं और न कोए। वो फिर जिस पासे भी तकते ने, उसी पासे उन्होंने परमेश्वर ही दिखाई देता है, दूसरा कोई नहीं दिखाई देता। जिस पासे तकते ने, जै देखा तैं अवर न कोई, दूसरा कोई दिखाई नहीं देता। हर एक दे विच परमेश्वर ही दिखाई देता। सब जोत तेरी जग जीवना, तू घट घट है रंग रंगना। सब ध्यावे तुद मेरे प्रीतमा, तू सत सत पुरख निरंजना। सवै घट राम बोलै, रामा बोलै, राम बिना को बोलै रे। उन्हां दे वास्ते ते जो बोलत है, मृग मीन पंखेरू, बिन हर जापत है नहीं हो। कहते जिहड़े पंछी ने, आ जिहड़ियां गड्डियां दे वहील ने, जितनी कायनात है वो सारी उन्होंने दिखाई देती है। ये परमेश्वर का नाम जप रही है। प्यारे तुसीं प्रैक्टिकल करके वेख्या भी होगा। वाहिगुरू वाहिगुरू जपदियां जे किधरे तुहानूं कोई अलार्म भी वजदा सुनाई देंदा ना, ये तुहानूं सुनाई इवें देवेगा कि अलार्म भी वाहिगुरू वाहिगुरू जप रहा। जे किधरे आवाज़ कोई आवेगी ना, ये तुहानूं इवें सुनाई देवेगी, ये परमेश्वर का नाम ही जप रही है। जो बोलत है मृग मीन पंखेरू, बिन हर जापत है नहीं होर। परमेश्वर के नाम तो बिना कोई जप ही नहीं रहा। जो भी बोल रहा परमेश्वर का नाम ही जप रहा। गुरमुख भगत सहज कर पाईऐ। जिहड़े गुरमुख ने प्यारो, प्रभु दे विच एकमिक हो जाते हैं, सहज कर पाईऐ। आत्मिक आनंद दे विच टिक करके परमेश्वर की प्राप्ति वो कर लेंदे ने। उन्हां दा निज स्थान दे विच वासा हो जाता है। बिन गुर भेटे मर आईऐ दाईऐ। आ रुहाव की पंक्ति है प्यारे। जिन्हां ने गुरु के दर्शन नहीं कीते, जिहड़े गुरु के चरणों के नाल नहीं जुड़े, प्यारे वो मरदे रहणगे ते जमदे रहणगे। वार वार उन्हां दा चक्कर नहीं खत्म होवेगा। बिन गुरु भेटे, जिन्हां ने गुरु के दर्शन नहीं कीते, जिहड़े गुरु के दर ते नहीं आए, उन्हां दा जम्मण मरण का चक्कर उतनी देर तक नहीं खत्म होना जितनी देर तक उन्होंने गुरु का मिलाप नहीं होता। प्यारो, इसका मतलब गुरु के मिलाप के विच कितनी वड्डी बख्शिश है। आज जो तुसीं गुरु के दर्शन आकर के करते हो प्यारो, ये दर्शन करने का बहुत ही महात्म है। दर्शन करने नाल जम्मण मरण का चक्कर खत्म हो जाता जी। परमेश्वर इतनी वड्डी बख्शिश कर देंदा, रहमत कर देंदा है। रहाओ सो गुर करो जे साथ दृढ़ावै। कहते गुरु ते ऐसा बनाओ जिहड़ा सच दे नाल तुहानूं जोड़ देवे, जिहड़ा सच नाम तुहानूं दृढ़ करा देवे, पक्का करा देवे। कहते ऐसे गुरु दे मगर लगो प्यारे। ऐसे गुरुआं दे मगर ना चलो जिहड़े अपने नाल जोड़ो। बहुत सारे लोग ने जिहड़े अपने नाल जोड़ते हैं ते अपने आप नूं गुरु होण दा तहिया भी करते हैं। कहते असीं गुरु हाँ। प्यारो, गुरु ते इको ही है, केवल ते केवल धन धन साहिब श्री गुरु ग्रंथ साहिब महाराज जी ते भाई गुरदास साहब जी ये गल कहते हैं, सतगुरु साहिब छड्ड के मन मुख होए, बंदे दा बंदा हुक्मी बंदा होए कै, नित उठ जाए सलाम करंदा। जिहड़ा गुरु दा बन जांदा प्यारिओ, वो ते नित उठ के परमेश्वर दे जा करके दर्शन करदा, नित उठ जाए सलाम करंदा। वो वाहिगुरू दे दर ते जा करके अरदास बेनती करदा है, जाके जुर करके परमेश्वर की बाणी नूं पढ़दा है, अपनी सुरती नूं गुरु दे चरणां दे नाल जोड़ लैंदा है। अकथ कथावै शब्द मिलावै। किहो जी गुरु दे नाल मिलना चाहिए प्यारो, जिहड़ा परमेश्वर की अकथ कथा है उहदे बारे ज्ञान करवा देवे ते शब्द दे नाल मिला देवे।
ਸ਼ਬਦ ਦੇ ਨਾਲ ਕੇਵਲ ਤੇ ਕੇਵਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਜੋੜਨਗੇ ਪਿਆਰੇ। ਦਸਾਂ ਹੀ ਪਾਤਸ਼ਾਹੀਆਂ ਨੇ ਪਹਿਲੇ ਨਾਨਕ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਨੂੰ ਸ਼ਬਦ ਦੇ ਨਾਲ ਜੋੜਿਆ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬਉਰਾਨ। ਕਹਿੰਦੇ ਸ਼ਬਦ ਤੋਂ ਬਿਨਾ ਇਹ ਸਾਰਾ ਜਗਤ ਬਾਵਰਾ ਹੋਇਆ ਹੈ। ਕਹਿੰਦੇ ਉਸ ਗੁਰੂ ਦੇ ਨਾਲ ਜੁੜੋ ਜਿਹੜਾ ਸਾਨੂੰ ਅਕਥ ਦੀ ਕਥਾ ਸੁਣਾਵੇ ਤੇ ਸ਼ਬਦ ਦੇ ਨਾਲ ਸਾਡਾ ਸ਼ਬਦ ਤੇ ਸੁਰਤ ਦਾ ਮੇਲ ਕਰਾ ਦੇ। ਅਸੀਂ ਆਮ ਕਹਿੰਦੇ ਹਾਂ ਕਿ ਸਿੱਖ ਦਾ ਸ਼ਬਦ ਤੇ ਸੁਰਤ ਦਾ ਮੇਲ ਹੋ ਜਾਵੇ ਤੇ ਪਿਆਰੀ ਬਾਤ ਬਣ ਜਾਂਦੀ ਹੈ। ਜਦੋਂ ਸ਼ਬਦ ਤੇ ਸੁਰਤ ਦਾ ਮੇਲ ਹੋ ਗਿਆ ਤੇ ਸਮਝੋ ਤੁਹਾਡੀ ਪਰਮੇਸ਼ਰ ਦੇ ਨਾਲ ਇੱਕ ਮਿਕਤਾ ਹੋ ਗਈ, ਤੁਸੀਂ ਪਰਮੇਸ਼ਰ ਦੇ ਵਿੱਚ ਅਭੇਦ ਹੋ ਗਏ। ਉਸੇ ਦੇ ਨਾਲ ਜੁੜੋ, ਵਾਹਿਗੁਰੂ ਦੇ ਨਾਲ ਜੁੜੋ ਜਿਹੜਾ ਇਹ ਬਖਸ਼ਿਸ਼ ਕਰ ਦੇਵੇ, ਸ਼ਬਦ ਤੇ ਸੁਰਤ ਦਾ ਮੇਲ ਤੁਹਾਡਾ ਕਰਾ ਦੇਵੇ। ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਸ਼ਬਦ ਤੇ ਸੁਰਤ ਦਾ ਮੇਲ ਹੋ ਜਾਂਦਾ। ਜਦੋਂ ਸੁਰਤ ਜੁੜ ਜਾਂਦੀ ਹੈ ਉਸ ਮਾਲਕ ਦੇ ਚਰਨਾਂ ਦੇ ਨਾਲ, ਫਿਰ ਆਮ ਰਸਾ ਸਭੁ ਸ਼ੇਰੇ, ਫਿਰ ਦੁਨੀਆ ਦੇ ਰਸ ਨਹੀਂ ਚੰਗੇ ਲੱਗਦੇ, ਫਿਰ ਮਾਲਕ ਦਾ ਨਾਮ ਹੀ ਚੰਗਾ ਲੱਗਦਾ। ਮਾਲਕ ਦੇ ਚਰਨਾਂ ਦੇ ਨਾਲ ਜੁੜ ਕਰਕੇ ਹਰ ਕੇ ਲੋਗ ਅਵਰ ਨਹੀਂ ਕਾਰਾ। ਜਿਹੜੇ ਹਰੀ ਦੇ ਲੋਕ ਨੇ, ਜਿਹੜੇ ਪਰਮੇਸ਼ਰ ਦੇ ਲੋਕ ਨੇ, ਹਰ ਕੇ ਲੋਗਾ ਮੋਕੋ ਨੀਟ ਡਸੇ ਪਟਵਾਰੀ। ਇਹ ਹਰੀ ਦੇ ਲੋਕ ਮੈਨੂੰ ਕਹਿੰਦੇ ਇਹ ਕਾਲ ਰੂਪੀ, ਕਹਿੰਦੇ ਨਿਤ ਕਹਿੰਦੇ ਡੰਗ ਮਾਰਦਾ ਹੈ। ਇਹ ਵਿਸ਼ੇ ਵਿਕਾਰ ਡੰਗ ਮਾਰਦੇ ਹਨ। ਉੱਪਰ ਭੁਲਾ ਕਰ ਮੈਂ ਗੁਰ ਪੇ ਪੁਕਾਰਿਆ, ਤਿਨ ਹੋ ਲਿਆ ਉਭਾਰੀ। ਭਗਤ ਕਬੀਰ ਜੀ ਕਹਿੰਦੇ ਨੇ ਮੈਂ ਤੇ ਤਾਂ ਬਾਹਾਂ ਖੜੀਆਂ ਕਰਕੇ ਉਸ ਮਾਲਕ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਅਰਦਾਸ ਕੀਤੀ, ਉਸ ਵਾਹਿਗੁਰੂ ਨੇ ਮੈਨੂੰ ਬਚਾ ਲਿਆ। ਤਿਨ ਹੋ ਲਿਆ ਉਭਾਰੀ। ਹਰ ਕੇ ਲੋਗਾ ਹਰ ਕੇ ਲੋਗ ਅਵਰ ਨਹੀਂ ਕਾਰਾ। ਜਿਹੜੇ ਪਰਮੇਸ਼ਰ ਦੇ ਲੋਕ ਨੇ, ਇੱਕ ਦੁਨਿਆਵੀ ਲੋਕ ਹੋਇਆ ਕਰਦੇ ਨੇ, ਇੱਕ ਪਰਮੇਸ਼ਰ ਦੇ ਲੋਕ ਹੋਇਆ ਕਰਦੇ ਨੇ। ਪਰਮੇਸ਼ਰ ਦੇ ਲੋਕ ਕਿਹੜੇ ਨੇ? ਜਿਹੜੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਕੇ ਰਹਿੰਦੇ ਨੇ। ਤੇ ਦੁਨਿਆਵੀ ਲੋਕ ਕਿਹੜੇ ਨੇ? ਜਿਹੜੇ ਦੁਨੀਆ ਦੇ ਲੋਕਾਂ ਦੇ ਨਾਲ ਜੁੜ ਕੇ ਨੇ। ਦੋ ਤਰ੍ਹਾਂ ਦੇ ਲੋਕ ਨੇ ਪਿਆਰੋ। ਤੇ ਸਤਿਗੁਰੂ ਕਹਿ ਰਹੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਹਰ ਕੇ ਲੋਕ ਅਵਰ ਨਹੀਂ ਕਾਰਾ। ਜਿਹੜੇ ਹਰੀ ਦੇ ਲੋਕ ਨੇ, ਜਿਹੜੇ ਪਰਮੇਸ਼ਰ ਦੇ ਲੋਕ ਨੇ, ਉਹਨਾਂ ਨੂੰ ਕਹਿੰਦੇ ਦੂਸਰਾ ਕੰਮ ਹੀ ਕੋਈ ਨਹੀਂ। ਉਹ ਦੂਸਰਾ ਕੰਮ ਕੋਈ ਨਹੀਂ ਕਰਦੇ। ਜਿਹੜਾ ਕੰਮ ਕਰਦੇ ਨੇ ਸਾਚੂ ਠਾਕੁਰ ਸਾਚ ਪਿਆਰਾ। ਉਹਨਾਂ ਨੂੰ ਪ੍ਰਭੂ ਬੜਾ ਪਿਆਰਾ ਲੱਗਦਾ। ਉਹ ਪ੍ਰਭੂ ਦੇ ਚਰਨਾਂ ਦੇ ਨਾਲ ਜੁੜ ਕੇ ਰਹਿੰਦੇ ਨੇ। ਸਾਚ ਕਹਾਓ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਮੋਹਰ